ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਕਿਤਾਬ ਰੈਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਵੱਲੋਂ ਇੰਗਲੈਂਡ ਰਹਿਣ ਸਮੇਂ ਲਿਖੇ ਗਏ ਇਸ਼ਤਿਹਾਰ ਜੋ ਅਖਬਾਰਾਂ ਵਿੱਚ ਛਾਪੇ ਗਏ ਉੱਪਰ ਆਧਾਰਿਤ ਹੈ, ਜੋ ਕਿ ਅਜਮੇਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਵਿੱਚੋਂ ਲਏ ਗਏ ਹਨ। ਆਓ ਪੜ੍ਹਦੇ ਹਾਂ ਉਹਨਾਂ ਦੇ ਵਿਚਾਰ। ਗੁਰੂ ਘਰਾਂ ਵਿੱਚੋਂ ਦੰਗਲ ਖਤਮ ਹੋਣੇ ਚਾਹੀਦੇ ਹਨ। ਲਿਬਰੇਸ਼ਨ ਖਾਲਿਸਤਾਨ ਸਾਲ 1 ਨੰਬਰ 3 ਮਾਰਚ 1992। ਬੀਤੇ ਦਿਨੀ ਇੰਗਲੈਂਡ ਦੇ ਇੱਕ ਮਹੱਤਵਪੂਰਨ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਨਵੇਂ ਵਿਧਾਨ ਦੇ ਇਸ਼ਤਿਹਾਰ ਪੇਪਰਾਂ ਵਿੱਚ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਲਿਖਿਆ ਗਿਆ ਸੀ ਕਿ ਉਹਨਾਂ ਲੋਕਾਂ ਨੂੰ ਮੈਂਬਰਸ਼ਿਪ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਪਿਛਲੇ ਕਿਸੇ ਸਮੇਂ ਗੁਰੂ ਘਰ 'ਤੇ ਜ਼ਬਰਦਸਤੀ ਕਬਜ਼ਾ ਰੱਖਿਆ ਸੀ। ਇਸੇ ਤਰ੍ਹਾਂ ਇੱਕ ਹੋਰ ਗੁਰਦੁਆਰੇ ਦੀ ਇਸ ਹਫ਼ਤੇ ਖਬਰ ਲੱਗੀ ਹੈ ਕਿ 1.5 ਦਰਜਨ ਸਿੱਖ ਗੁਰੂ ਘਰ ਵਿੱਚ ਹੋਏ ਝਗੜੇ ਕਾਰਨ ਅਦਾਲਤ ਪਹੁੰਚੇ। ਇੱਕ ਹੋਰ ਸਿੱਖ ਨੂੰ ਗੋਲਕ ਨੂੰ ਜਿੰਦਰਾ ਮਾਰਨ ਵਿੱਚ ਸਜ਼ਾ ਹੋਈ ਹੈ। ਇੱਕ ਗੁਰਦੁਆਰੇ ਵਿੱਚੋਂ ਮੈਂਬਰਸ਼ਿਪ ਦਾ ਰਿਕਾਰਡ ਹੀ ਕਿਸੇ ਧੜੇ ਨੇ ਚੋਰੀ ਕਰ ਲਿਆ। ਕਿਸੇ ਹੋਰ ਵਿੱਚੋਂ ਸਟਾਲ ਦਾ ਸਮਾਨ ਚੁੱਕਿਆ ਗਿਆ। ਇਹ ਸਾਰੀਆਂ ਖਬਰਾਂ ਪੜ੍ਹ ਸੁਣ ਕੇ ਦੁੱਖ ਹੁੰਦਾ ਹੈ। ਇਸ ਨਾਲ ਸਿੱਖ ਧਰਮ ਦਾ ਨਕਸ਼ਾ ਸਹੀ ਪੇਸ਼ ਨਹੀਂ ਹੁੰਦਾ। ਹੋਰਨਾਂ ਭਾਈਚਾਰਿਆਂ ਵਿੱਚ ਸਾਡੀ ਪੋਜੀਸ਼ਨ ਹਾਸੋਹੀਣੀ ਹੁੰਦੀ ਹੈ। ਇਸ ਮਸਲੇ 'ਤੇ ਜਿਸ ਕਿਸੇ ਨਾਲ ਵੀ ਗੱਲ ਕਰੋ, ਉਹ ਇਹਨਾਂ ਘਟਨਾਵਾਂ 'ਤੇ ਅਫਸੋਸ ਪ੍ਰਗਟ ਕਰਦਾ ਹੈ, ਪਰ ਹਰ ਕੋਈ ਬੇਵੱਸ ਹੈ। ਹਰ ਕੋਈ ਜ਼ਿੰਮੇਵਾਰੀ ਦੂਜੇ 'ਤੇ ਧਲਕਾ ਕੇ ਪਾਸੇ ਹੋ ਜਾਂਦਾ ਹੈ। ਗੜਬੜ ਦਾ ਕਾਰਨ ਕੀ ਹੈ? ਘਰ ਪਰਿਵਾਰ ਹੋਵੇ ਜਾਂ ਕੋਈ ਅਦਾਰਾ ਹੋਵੇ ਜਾਂ ਕੋਈ ਦੇਸ਼ ਹੋਵੇ, ਉਸ ਦੇ ਪ੍ਰਬੰਧ ਵਿੱਚ ਵਿਰੋਧਤਾਈਆਂ ਦਾ ਪੈਦਾ ਹੋਣਾ ਕੁਦਰਤੀ ਹੁੰਦਾ ਹੈ। ਪਰ ਜਿੱਥੇ ਪ੍ਰਬੰਧਕੀ ਸਿਸਟਮ ਇਹਨਾਂ ਵਿਰੋਧਤਾਈਆਂ ਦਾ ਪਿਆਰ ਪੂਰਵਕ ਹੱਲ ਲੱਭਣ ਦੇ ਯੋਗ ਹੁੰਦੇ ਹਨ, ਉੱਥੇ ਮਾਹੌਲ ਸੁਖਾਵਾਂ ਰਹਿੰਦਾ ਹੈ, ਤੇ ਜਿੱਥੇ ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ ਮਨਮੱਤੇ ਢੰਗ ਨਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਗੜਬੜ ਜਨਮ ਲੈਂਦੀ ਹੈ। ਉਸ ਗੜਬੜ ਦੌਰਾਨ ਜੇਕਰ ਵਿਰੋਧੀ ਧਿਰ ਦਾ ਹੱਥ ਉੱਪਰ ਹੋ ਜਾਵੇ, ਉਹ ਬਦਲਾ ਲਊ ਭਾਵਨਾਵਾਂ ਤੋਂ ਕੰਮ ਲੈਂਦੀ ਹੈ, ਜਿਸ ਦੇ ਨਤੀਜੇ ਵਜੋਂ ਮਾਹੌਲ ਪਹਿਲਾਂ ਤੋਂ ਵੀ ਬਦਤਰ ਹੋ ਜਾਂਦਾ ਹੈ। ਜੇਕਰ ਵਿਰੋਧੀ ਧਿਰ ਹਾਰ ਜਾਵੇ ਤੇ ਉਸ ਨੂੰ ਜੇਤੂ ਧਿਰ ਵੱਲੋਂ ਜਲੀਲ ਕਰਨਾ ਜਾਰੀ ਰੱਖਿਆ ਜਾਵੇ, ਤਾਂ ਉਹ ਮੁਤਬਾਦਲ ਅਦਾਰੇ ਸਥਾਪਿਤ ਕਰਕੇ ਉਸ ਘੇਰੇ ਵਿੱਚੋਂ ਸਦਾ ਲਈ ਬਾਹਰ ਚਲੇ ਜਾਂਦੇ ਹਨ। ਲਗਭਗ ਇਹੋ ਵਰਤਾਰਾ ਗੁਰੂ ਘਰਾਂ ਅੰਦਰ ਚੱਲ ਰਿਹਾ ਹੈ, ਅਤੇ ਨਤੀਜੇ ਸਾਡੇ ਸਾਹਮਣੇ ਹਨ ਕਿ ਜਾਂ ਤਾਂ ਜਿਸ ਦਾ ਕਬਜ਼ਾ ਹੋ ਜਾਂਦਾ ਹੈ ਉਹ ਦੂਜੇ ਦੀ ਅਹੀ ਤਹੀ ਫੇਰਨ ਤੋਂ ਗੁਰੇਜ਼ ਨਹੀਂ ਕਰਦਾ, ਅਤੇ ਜਾਂ ਫਿਰ ਇਹ ਹੋ ਜਾਂਦਾ ਹੈ ਕਿ ਜਿਸ ਤੋਂ ਕਬਜ਼ਾ ਛੁੱਟ ਜਾਂਦਾ ਹੈ ਉਹ ਇੱਕ ਅੱਧ ਵਾਰੀ ਕੋਸ਼ਿਸ਼ ਕਰਨ ਤੋਂ ਬਾਅਦ ਆਪਣਾ ਵੱਖਰਾ ਗੁਰਦੁਆਰਾ ਸਥਾਪਿਤ ਕਰ ਲੈਂਦਾ ਹੈ। ਉਂਝ ਇਹ ਕਹਿਣਾ ਵੀ ਠੀਕ ਨਹੀਂ ਕਿ ਇੰਗਲੈਂਡ ਵਿੱਚ ਹਰ ਗੁਰਦੁਆਰੇ ਵਿੱਚ ਹੀ ਗੜਬੜ ਹੈ। ਸਗੋਂ ਸੱਚਾਈ ਇਹ ਹੈ ਕਿ ਜ਼ਿਆਦਾਤਰ ਗੁਰੂ ਘਰਾਂ ਵਿੱਚ ਸ਼ਾਂਤੀ ਤੇ ਪਿਆਰ ਦਾ ਮਾਹੌਲ ਬਣਿਆ ਹੋਇਆ ਹੈ, ਅਤੇ ਉਹਨਾਂ ਦੀ ਬਦੌਲਤ ਹੀ ਸਿੱਖੀ ਸ਼ਾਨ ਇੱਥੇ ਕਾਇਮ ਹੈ। ਇਹਨਾਂ ਸੁਚੱਜੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰਦੁਆਰਿਆਂ ਕਾਰਨ ਹੀ ਗੜਬੜ ਵਾਲੇ ਗੁਰੂ ਘਰ ਸਾਡਾ ਧਿਆਨ ਖਿੱਚਦੇ ਹਨ। ਸੁਚੱਜੇ ਪ੍ਰਬੰਧਾਂ ਵਾਲੇ ਗੁਰੂ ਘਰਾਂ ਦੇ ਗੁਣਾਂ ਦੀ ਜਦ ਘੋਖ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਨੇ ਪੈਦਾ ਹੋ ਸਕਣ ਵਾਲੀਆਂ ਵਿਰੋਧਤਾਈਆਂ ਦੇ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ ਹੱਲ ਲੱਭੇ ਹੋਏ ਹਨ। ਜ਼ਰੂਰੀ ਨਹੀਂ ਕਿ ਉਹ ਸਾਰੇ ਤਰੀਕੇ ਹਰ ਥਾਂ ਲਾਗੂ ਕਰਕੇ ਦਰੁਸਤ ਸਿੱਟੇ ਹੀ ਕੱਢਣ, ਪਰ ਫਿਰ ਵੀ ਸਾਨੂੰ ਵਿਚਾਰ ਅਧੀਨ ਜ਼ਰੂਰ ਲਿਆਉਣੇ ਚਾਹੀਦੇ ਹਨ। ਕਿਸੇ ਵੀ ਅਦਾਰੇ ਦਾ ਪ੍ਰਬੰਧ ਉਸ ਵਕਤ ਸਭ ਤੋਂ ਵਧੀਆ ਚੱਲ ਸਕਦਾ ਹੁੰਦਾ ਹੈ ਜਦ ਪ੍ਰਬੰਧਕ 2 ਸ਼ਰਤਾਂ ਪੂਰੀਆਂ ਕਰ ਸਕਦਾ ਹੋਵੇ। ਪਹਿਲੀ ਇਹ ਕਿ ਉਹ ਉਸ ਸੰਬੰਧਿਤ ਵਿਸ਼ੇ ਦਾ ਮਾਹਰ ਹੋਵੇ, ਤੇ ਦੂਜਾ ਉਹ ਮਾਨਤਾ ਪ੍ਰਾਪਤ ਕਰ ਚੁੱਕਾ ਹੋਵੇ। ਇਹ ਫਾਰਮੂਲਾ ਤੁਸੀਂ ਪਰਿਵਾਰ ਤੋਂ ਲੈ ਕੇ UNO ਤੱਕ ਕਿਸੇ ਵੀ ਅਦਾਰੇ 'ਤੇ ਲਾਗੂ ਕਰ ਸਕਦੇ ਹੋ। ਹੁਣ ਆਈਏ ਗੁਰੂ ਘਰਾਂ ਵੱਲ, ਜਿੱਥੇ ਕਿਸੇ ਵੀ ਗੁਰੂ ਘਰ ਦਾ ਪ੍ਰਬੰਧ ਐਸੇ ਮਹਾਂਪੁਰਖਾਂ ਦੇ ਹੱਥ ਵਿੱਚ ਹੈ ਜੋ ਗੁਰੂ ਮਰਿਆਦਾ ਅਨੁਸਾਰ ਪ੍ਰਬੰਧ ਚਲਾਉਣ ਦੀ ਮੁਹਾਰਤ ਰੱਖਦੇ ਹਨ, ਤੇ ਸੰਗਤਾਂ ਵੱਲੋਂ ਉਹਨਾਂ ਨੂੰ ਮਾਣ ਸਤਿਕਾਰ ਪ੍ਰਾਪਤ ਹੈ। ਉੱਥੇ ਕੋਈ ਗੜਬੜ ਨਹੀਂ ਹੋ ਸਕਦੀ। ਪਰ ਜਿੱਥੇ ਕਿਤੇ ਪ੍ਰਬੰਧਕ ਕਿਸੇ ਹੋਰ ਖੇਤਰ ਦਾ ਮਾਹਰ ਹੋਵੇ ਤੇ ਜ਼ਿੰਮੇਵਾਰੀ ਕੋਈ ਹੋਰ ਸਾਂਭ ਬੈਠੇ, ਤੇ ਉਹ ਜ਼ਿੰਮੇਵਾਰੀ ਦੇ ਯੋਗ ਹੋਰ ਲੋਕ ਵੱਧ ਮਾਨਤਾ ਰੱਖਦੇ ਹੋਣ, ਉੱਥੇ ਵਿਰੋਧਤਾਈਆਂ ਜ਼ਰੂਰ ਪੈਦਾ ਹੋਣਗੀਆਂ। ਜਮਹੂਰੀਅਤ ਦੇ ਅੱਜ ਕੱਲ੍ਹ ਭਾਂਤ ਭਾਂਤ ਦੇ ਅਰਥ ਕੱਢੇ ਜਾਣ ਕਰਕੇ ਗੁਰਦੁਆਰਾ ਪ੍ਰਬੰਧਾਂ ਉੱਤੇ ਵੀ ਇਸ ਦਾ ਅਸਰ ਹੋ ਰਿਹਾ ਹੈ। ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪਿੰਡ ਦੀ ਸਰਪੰਚੀ ਵਾਂਗ ਲੜੀਆਂ ਜਾ ਰਹੀਆਂ ਹਨ, ਅਤੇ ਚੋਣਾਂ ਦਾ ਇਹ ਤਰੀਕਾ ਵਿਰੋਧਤਾਈਆਂ ਦਾ ਇੱਕ ਹੱਲ ਦਿਖਾਈ ਦਿੰਦਾ ਹੈ, ਹੋਰ ਅਨੇਕਾਂ ਉਲਝਣਾਂ ਪੈਦਾ ਕਰ ਰਿਹਾ ਹੈ। ਸਾਨੂੰ ਇਸ ਦੀ ਸਾਰਥਿਕਤਾ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਜਮਹੂਰੀਅਤ ਦਾ ਅਸਲ ਅਰਥ ਤਾਂ ਇਹ ਹੁੰਦਾ ਹੈ ਕਿ ਸੰਬੰਧਿਤ ਲੋਕਾਂ ਦੇ ਭਲੇ ਵਾਸਤੇ ਉਹਨਾਂ ਵੱਲੋਂ ਹੀ ਪ੍ਰਬੰਧ, ਪਰ ਇਸ ਦਾ ਇਹ ਅਰਥ ਤਾਂ ਨਹੀਂ ਹੁੰਦਾ ਕਿ ਸੰਬੰਧਿਤ ਅਦਾਰੇ ਦੇ ਨੁਕਸਾਨ ਵਾਸਤੇ ਹੀ ਖੁੱਲ੍ਹੀ ਛੁੱਟੀ।
ਅੱਜ ਅਸੀਂ ਸਪੈਸ਼ਲਿਸਟ ਮੁਹਾਰਤ ਦੇ ਯੁੱਗ ਵਿੱਚ ਜੀ ਰਹੇ ਹਾਂ, ਜਾਂ ਗਿਆਨ ਅਤੇ ਤਕਨੀਕ ਸਾਨੂੰ ਸਿੱਖਿਆ ਦਿੰਦੀ ਹੈ ਕਿ ਹਰ ਇੱਕ ਨੂੰ ਉਹ ਕੰਮ ਦਿਓ ਜਿਸ ਦਾ ਉਹ ਮਾਹਰ ਹੈ। ਇਹ ਸਿੱਖਿਆ ਨਹੀਂ ਮਿਲਦੀ ਕਿ ਜਿਸ ਕੰਮ ਦੀ ਵੀ ਪਰਚੀ ਨਿਕਲ ਆਵੇ ਉਹ ਕੰਮ ਕਰ ਲੈਣਾ ਚਾਹੀਦਾ ਹੈ। ਸਾਨੂੰ ਚੋਣ ਕਰਨ ਦਾ ਅਧਿਕਾਰ ਹੈ, ਪਰ ਹਰ ਇੱਕ ਵਿੱਚੋਂ ਨਹੀਂ, ਕੁਝ ਮਾਹਰਾਂ ਯੋਗ ਵਿਅਕਤੀਆਂ ਵਿੱਚੋਂ। ਇਸ ਆਧਾਰ ਉੱਪਰ ਜਦ ਅਸੀਂ ਗੁਰੂ ਘਰ ਦੇ ਪ੍ਰਬੰਧਕ ਦੀ ਚੋਣ ਕਰਨੀ ਹੁੰਦੀ ਹੈ ਤਾਂ ਸਾਡੇ ਸਾਹਮਣੇ ਅਜਿਹੇ ਗੁਰਮੁਖਾਂ ਦਾ ਪੈਨਲ ਹੋਣਾ ਚਾਹੀਦਾ ਹੈ ਜੋ ਸਿਰਫ ਤੇ ਸਿਰਫ ਗੁਰੂ ਘਰਾਂ ਦੇ ਪ੍ਰਬੰਧ ਬਾਰੇ ਰੁਚੀ ਤੇ ਮੁਹਾਰਤ ਰੱਖਦੇ ਹੋਣ। ਅਸੀਂ ਜਦ ਟਰੇਡ ਯੂਨੀਅਨ ਦੀ ਚੋਣ ਕਰਦੇ ਹਾਂ ਤਾਂ ਗੁਰੂ ਘਰ ਦੇ ਮਾਹਰ ਸੇਵਕਾਂ ਨੂੰ ਉੱਥੇ ਨਹੀਂ ਚੁਣਦੇ, ਨਾ ਹੀ ਕੌਂਸਲ ਦੇ ਅਜਿਹੇ ਉਮੀਦਵਾਰ ਖੜੇ ਕਰਦੇ ਹਾਂ। ਇਹ ਦਰੁਸਤ ਹੈ ਕਿ ਜਿਸ ਕਾ ਕਾਮ ਉਸੀ ਕੋ ਸਾਜੇ। ਕਈ ਲੋਕ ਦਲੀਲ ਦਿੰਦੇ ਹਨ ਕਿ ਇਸ ਤਰ੍ਹਾਂ ਧਾਰਮਿਕ ਰੁਚੀਆਂ ਵਾਲੇ ਗੁਰਮੁਖ ਸੱਜਣ ਅੰਗਰੇਜ਼ੀ ਘੱਟ ਬੋਲਣ ਵਾਲੇ ਮਿਲ ਜਾਂਦੇ ਹਨ। ਉਹ ਸਾਡੀ ਵਿਆਖਿਆ ਚੰਗੀ ਤਰ੍ਹਾਂ ਨਹੀਂ ਕਰ ਸਕਦੇ। ਇਹ ਦਲੀਲ ਉਹਨਾਂ ਗੁਰੂ ਘਰਾਂ ਦੇ ਵਿਧਾਨ ਉੱਪਰ ਟਿੱਪਣੀ ਕਰਨ ਵਾਲਿਆਂ ਦੀ ਹੈ ਜਿੱਥੇ ਅਹੁਦੇਦਾਰ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਪੂਰੀ ਕਰਨਾ ਲਾਜ਼ਮੀ ਹੈ। ਜੋ ਲੋਕ ਅਜਿਹੀ ਦਲੀਲ ਦਿੰਦੇ ਹਨ ਉਹਨਾਂ ਮਗਰ ਇੱਕ ਕਾਰਨ ਇਹ ਹੁੰਦਾ ਹੈ ਕਿ ਉਹ ਗੁਰਦੁਆਰੇ ਨੂੰ ਇੱਕ ਧਾਰਮਿਕ ਅਦਾਰਾ ਨਾ ਮੰਨ ਕੇ ਇੱਕ ਸਮਾਜਿਕ ਕਲੱਬ ਸਮਝਦੇ ਹਨ ਅਤੇ ਆਪਣੇ ਸਮਾਜਿਕ ਰੁਤਬੇ ਨੂੰ ਦਿਖਾਉਣ ਲਈ ਇਸ ਦੇ ਅਹੁਦਿਆਂ ਦੀ ਵਰਤੋਂ ਕਰਦੇ ਹਨ। ਅਸਲ ਵਿੱਚ ਵਿਦੇਸ਼ਾਂ ਵਿੱਚ ਸਿੱਖ ਭਾਈਚਾਰਾ ਅਜੇ ਤੱਕ ਆਪਣੇ ਰਾਜਨੀਤਿਕ ਅਤੇ ਸਮਾਜਿਕ ਅਦਾਰੇ ਨਾ ਸਥਾਪਿਤ ਕਰ ਸਕਣ ਕਾਰਨ ਆਪਣੀ ਚੌਧਰ ਭੇਡ ਲਈ ਲੋੜੀਂਦੇ ਦੰਗਲ ਅਤੇ ਗੁਰਦੁਆਰਿਆਂ ਵਿੱਚ ਹੀ ਚਲਾ ਗਿਆ। ਅੰਗਰੇਜ਼ੀ ਪੜ੍ਹੇ ਸਿਆਣੇ ਸਿੱਖਾਂ ਨੂੰ ਹੋਰ ਸਿੱਖ ਸਮਾਜਿਕ ਅਦਾਰੇ ਸਥਾਪਿਤ ਕਰਦਿਆਂ ਇਹ ਕਾਰਜ ਕਰਨਾ ਚਾਹੀਦਾ ਹੈ। ਹੁਣ ਆਈਏ ਰਾਜਨੀਤਿਕ ਧਿਰਾਂ ਦੇ ਭੇਡ ਬਾਰੇ। ਕਈ ਲੋਕ ਆਪਣੇ ਵਿਸ਼ੇਸ਼ ਮਕਸਦ ਲਈ ਇਹ ਰੱਟ ਬਹੁਤ ਲਗਾਉਂਦੇ ਹਨ ਕਿ ਸਾਡਾ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਹਨ ਤੇ ਇਸ ਦਾ ਇਹ ਮਤਲਬ ਕੱਢਦੇ ਹਨ ਕਿ ਗੁਰਦੁਆਰੇ ਦੀ ਸਟੇਜ ਉੱਪਰ ਰਾਜਨੀਤਿਕ ਕਬਜ਼ਾ ਜ਼ਰੂਰੀ ਹੁੰਦਾ ਹੈ। ਇਹ ਵਿਚਾਰੇ ਹਕੀਕਤਾਂ ਤੋਂ ਕਾਫੀ ਦੂਰ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਧਰਮ ਰਾਜਨੀਤੀ ਤੋਂ ਵੱਖਰਾ ਦੁਨੀਆ ਵਿੱਚ ਨਹੀਂ ਹੁੰਦਾ। ਹਰੇਕ ਧਰਮ ਦੀ ਕੋਈ ਨਾ ਕੋਈ ਰਾਜਨੀਤੀ ਹੁੰਦੀ ਹੈ। ਕੋਈ ਇਹ ਗੱਲ ਐਲਾਨੀਆਂ ਕਹਿੰਦਾ ਹੈ ਤੇ ਕੋਈ ਅਸਿੱਧੇ ਢੰਗ ਨਾਲ। ਇਸੇ ਹੀ ਤਰ੍ਹਾਂ ਸਿੱਖ ਧਰਮ ਦੀ ਆਪਣੀ ਇੱਕ ਰਾਜਨੀਤੀ ਹੈ, ਭਾਵ ਕਿ ਸਿੱਖ ਧਰਮ ਜਦ ਸਾਨੂੰ ਸਮੁੱਚੀ ਜੀਵਨ ਜਾਚ ਸਿਖਾਉਂਦਾ ਹੈ ਤਾਂ ਉਸ ਵਿੱਚ ਰਾਜ ਪ੍ਰਬੰਧ ਵੀ ਸਿਖਾਉਂਦਾ ਹੈ। ਸਾਡਾ ਧਰਮ ਰਾਜਨੀਤੀ ਨੂੰ ਆਪਣੇ ਅਧੀਨ ਰੱਖਦਾ ਹੈ, ਉਸ ਨੂੰ ਸ਼ਰੀਕ ਨਹੀਂ ਬਣਾਉਂਦਾ। ਪਰ ਕਈ ਭੁੱਲੜ ਵੀਰ ਇਹਨਾਂ ਦੋਵਾਂ ਨੂੰ ਬਰਾਬਰੀ 'ਤੇ ਰੱਖਦੇ ਹਨ ਤੇ ਕਈ ਤਾਂ ਧਰਮ ਉੱਪਰ ਰਾਜਨੀਤੀ ਦੀ ਸਰਦਾਰੀ ਦਾ ਝੰਡਾ ਗੱਡਣ ਲਈ ਕਾਹਲੇ ਰਹਿੰਦੇ ਹਨ। ਇਹ ਉਸੇ ਤਰ੍ਹਾਂ ਦੀ ਗਲਤੀ ਕਰ ਰਹੇ ਹੁੰਦੇ ਹਨ ਜਿਸ ਤਰ੍ਹਾਂ ਧਰਮ ਰਹਿਤ ਰਾਜਨੀਤੀ ਦੀ ਵਕਾਲਤ ਕਰਨ ਵਾਲੇ। ਸਿੱਖ ਰਾਜਨੀਤੀ ਵਿੱਚ ਵਿਚਰਦੀਆਂ ਕੁਝ ਧਿਰਾਂ ਨੇ ਪਾਰਲੀਮਾਨੀ ਸਿਆਸਤ ਦੇ ਦੌਰ ਵਿੱਚ ਇੱਕ ਸੌਖਾ ਤਰੀਕਾ ਅਪਣਾਇਆ ਹੋਇਆ ਹੈ। ਇਹ ਤਰੀਕਾ ਹੈ ਧਾਰਮਿਕ ਇਕੱਠਾਂ ਉੱਪਰ ਰਾਜਨੀਤਿਕ ਵਿਖਿਆਨ ਕਰਨ ਦਾ। ਆਮ ਤੌਰ 'ਤੇ ਹਰੇਕ ਰਾਜਨੀਤਿਕ ਜਥੇਬੰਦੀ ਨੂੰ ਆਪਣੀਆਂ ਰਾਜਨੀਤਿਕ ਧਾਰਨਾਵਾਂ ਲੋਕਾਂ ਵਿੱਚ ਖੜਨੀਆਂ ਪੈਂਦੀਆਂ ਹਨ ਤੇ ਉਹਨਾਂ ਨਾਲ ਲੋਕਾਂ ਨੂੰ ਸਹਿਮਤ ਕਰਾ ਕੇ ਜਥੇਬੰਦੀ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਕਾਫੀ ਮਿਹਨਤ ਦਾ ਕੰਮ ਹੁੰਦਾ ਹੈ। ਪਹਿਲਾਂ ਕੁਝ ਲੋਕਾਂ ਨੂੰ ਇਕੱਠਿਆਂ ਕਰਨਾ, ਫਿਰ ਉਹਨਾਂ ਨੂੰ ਆਪਣੇ ਵਿਚਾਰ ਦੱਸਣੇ, ਬਹਿਸ ਕਰਨੀ ਤੇ ਸਹਿਮਤ ਕਰਾਉਣਾ। ਇਸ ਭੱਜ ਨੱਠ ਤੇ ਮਿਹਨਤ ਤੋਂ ਬਚਣ ਲਈ ਇੱਕ ਸੌਖਾ ਤਰੀਕਾ ਹੁੰਦਾ ਹੈ ਕਿ ਕਿਸੇ ਹੋਰ ਬਹਾਨੇ ਹੋਏ ਇਕੱਠ ਨੂੰ ਆਪਣੇ ਮਕਸਦ ਲਈ ਵਰਤ ਲੈਣਾ ਅਤੇ ਉਹਨਾਂ ਵਿੱਚੋਂ ਕੁਝ ਕੁ ਨੂੰ ਪ੍ਰਭਾਵਿਤ ਕਰਕੇ ਜਥੇਬੰਦੀ ਸਥਾਪਿਤ ਕਰ ਲੈਣਾ। ਇਹ ਤਰੀਕਾ ਪੰਜਾਬ ਦੇ ਮੇਲਿਆਂ 'ਤੇ ਵੀ ਵਰਤਿਆ ਜਾਂਦਾ ਹੈ, ਪਰ ਤਰੀਕਾ ਇਹ ਹੁੰਦਾ ਹੈ ਕਿ ਉੱਥੇ ਆਪੋ ਆਪਣਾ ਪੰਡਾਲ ਲਾਇਆ ਜਾ ਸਕਦਾ ਹੁੰਦਾ ਹੈ। ਇਸੇ ਤਰੀਕੇ ਨੂੰ ਗੁਰਦੁਆਰਿਆਂ ਵਿੱਚ ਵਰਤਣ ਲਈ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਵਾਸਤੇ ਸਾਰੀਆਂ ਧਿਰਾਂ ਵਿੱਚ ਰੱਸਾਕਸ਼ੀ ਹੁੰਦੀ ਹੈ। ਜਿਸ ਦਾ ਉੱਥੇ ਕਬਜ਼ਾ ਹੋ ਜਾਵੇ ਉਸ ਦਾ ਸਮਝੋ ਸਿੱਖ ਸਿਆਸਤ 'ਤੇ ਕਬਜ਼ਾ ਹੋ ਜਾਂਦਾ ਹੈ। ਕਾਰਨ ਇਹ ਨਹੀਂ ਹੁੰਦਾ ਕਿ ਉਹ ਵਧੇਰੇ ਧਾਰਮਿਕ ਹੋ ਜਾਂਦੇ ਹਨ, ਬਲਕਿ ਇਹ ਹੁੰਦਾ ਹੈ ਕਿ ਗੁਰਦੁਆਰੇ ਦੀ ਸਟੇਜ ਉੱਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ। ਇਸ ਸਾਰੇ ਵਰਤਾਰੇ ਤੋਂ ਸਿੱਖਿਅਤ ਹੋ ਕੇ ਕੁਝ ਲੋਕ ਵਿਦੇਸ਼ਾਂ ਅੰਦਰਲੀ ਸਿੱਖ ਸਿਆਸਤ ਵਿੱਚ ਆਪਣੀ ਸਰਦਾਰੀ ਸਥਾਪਿਤ ਕਰਨ ਦੀ ਖਾਤਰ ਗੁਰਦੁਆਰਿਆਂ ਉੱਤੇ ਕਬਜ਼ੇ ਦੀ ਮੁਹਿੰਮ ਚਲਾਉਂਦੇ ਹਨ। ਉਹਨਾਂ ਦਾ ਮਕਸਦ ਸਪਸ਼ਟ ਹੁੰਦਾ ਹੈ ਤੇ ਉਹ ਹੁੰਦਾ ਹੈ ਆਪਣੀ ਸਿਆਸਤ ਲਈ ਵਰਤਣ ਵਾਸਤੇ ਗੁਰਦੁਆਰੇ ਦੀ ਸਟੇਜ ਉੱਤੇ ਕਬਜ਼ਾ ਕਰਨਾ। ਕੁਝ ਇਸ ਤੋਂ ਵੀ ਅੱਗੇ ਚਲੇ ਜਾਂਦੇ ਹਨ। ਉਹ ਸੋਚਦੇ ਹਨ ਕਿ ਪੌਂਡ ਘਰਾਂ ਵਿੱਚ ਉਗਰਾਉਣ ਨਾਲੋਂ ਗੁਰਦੁਆਰੇ ਵਿੱਚੋਂ ਹੀ ਮਾਇਕ ਸਹਾਇਤਾ ਹਾਸਲ ਕਰ ਲਈ ਜਾਵੇ। ਇਸ ਤਰ੍ਹਾਂ ਧਰਮ ਨੂੰ ਸਿਆਸਤ ਦੇ ਅਧੀਨ ਕਰਨ ਲਈ ਰਾਜਨੀਤਿਕ ਧਿਰਾਂ ਗੁਰਦੁਆਰਿਆਂ ਉੱਪਰ ਰਾਜਨੀਤਿਕ ਕਬਜ਼ੇ ਕਰਨ ਦੀ ਮੁਹਿੰਮ ਸ਼ੁਰੂ ਕਰਦੀਆਂ ਹਨ। ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਪੂਰੀ ਜਥੇਬੰਦੀ ਨੂੰ ਸਰਗਰਮ ਕੀਤਾ ਜਾਂਦਾ ਹੈ ਤੇ ਜਿਹੜੇ ਸੱਜਣ ਮਿੱਤਰ ਗੁਰੂ ਘਰ ਦੇ ਪ੍ਰਬੰਧ ਨਾਲ ਕੋਈ ਦੂਰ ਦਾ ਵੀ ਸਰੋਕਾਰ ਨਹੀਂ ਰੱਖਦੇ ਉਹਨਾਂ ਨੂੰ ਮੈਂਬਰਸ਼ਿਪ ਕਟਾਉਣ ਲਈ ਪ੍ਰੇਰਿਆ ਜਾਂਦਾ ਹੈ। ਜੇ ਕਿਤੇ ਅਹੁਦੇਦਾਰਾਂ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਹੈ ਤਾਂ ਆਪਣੇ ਬੰਦਿਆਂ ਨੂੰ ਅੰਮ੍ਰਿਤ ਛਕਣ ਲਈ ਵੀ ਕਿਹਾ ਜਾਂਦਾ ਹੈ। ਜੇ ਕਿਤੇ ਪਰਚੀ ਸਿਸਟਮ ਹੋਵੇ ਤਾਂ ਆਪਣੇ ਸਾਰੇ ਬੰਦਿਆਂ ਦੀ
ਇੱਥੋਂ ਤੱਕ ਕਿ ਬੀਬੀਆਂ ਤੋਂ ਬਿਨਾਂ ਪੁੱਛਿਆਂ ਹੀ ਉਹਨਾਂ ਦੀ ਵੀ ਪਰਚੀ ਪਾ ਦਿੱਤੀ ਜਾਂਦੀ ਹੈ। ਜਿੱਥੇ ਚੋਣਾਂ ਹੁੰਦੀਆਂ ਹਨ ਉੱਥੇ ਫਿਰ ਪੂਰੇ ਚੋਣ ਤਰੀਕੇ ਇਸਤੇਮਾਲ ਕੀਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਕੋਈ ਨਾ ਕੋਈ ਪੰਥਕ ਜਥੇਬੰਦੀ ਗੁਰਦੁਆਰੇ ਦਾ ਪ੍ਰਬੰਧ ਸਾਂਭ ਲੈਂਦੀ ਹੈ। ਫਿਰ ਜੇ ਪਹਿਲਾਂ ਕਿਸੇ ਹੋਰ ਦਾ ਕਬਜ਼ਾ ਰਿਹਾ ਹੋਵੇ ਤਾਂ ਉਹਨਾਂ ਵੱਲੋਂ ਖੋਲ੍ਹੇ ਦਫ਼ਤਰ ਬੰਦ ਕੀਤੇ ਜਾਂਦੇ ਹਨ, ਬੋਰਡ ਬਦਲੇ ਜਾਂਦੇ ਹਨ, ਮਾਟੋ ਬਦਲੇ ਜਾਂਦੇ ਹਨ ਅਤੇ ਕਈ ਥਾਵਾਂ 'ਤੇ ਸ਼ਹੀਦਾਂ ਦੀਆਂ ਤਸਵੀਰਾਂ ਬਦਲੀਆਂ ਜਾਂਦੀਆਂ ਹਨ। ਅਖੰਡ ਪਾਠ ਦੀ ਬੁਕਿੰਗ ਹੋਵੇ, ਕੀਰਤਨ ਜਾਂ ਢਾਡੀ ਦਰਬਾਰ ਹੋਵੇ ਜਾਂ ਕੋਈ ਕਾਨਫਰੰਸ ਇਜਲਾਸ ਹੋਵੇ, ਪਾਰਟੀ ਦੇ ਅੰਦਰ ਸਲਾਹ ਮਸ਼ਵਰੇ ਕਰਕੇ ਬੁੱਕ ਕੀਤੇ ਜਾਂਦੇ ਹਨ ਅਤੇ ਉਸ ਕਮੇਟੀ ਦੇ ਕਾਰਜਕਾਲ ਵਿੱਚ ਗੁਰੂ ਘਰ ਦੀ ਸਟੇਜ ਨੂੰ ਵਿਰੋਧੀ ਧਿਰ ਦੇ ਸਫਾਏ ਲਈ ਖੁੱਲ੍ਹ ਕੇ ਵਰਤਿਆ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਅਗਲੀਆਂ ਚੋਣਾਂ ਲਈ ਤਣਾਅ ਦਾ ਮਾਹੌਲ ਤਿਆਰ ਕੀਤਾ ਜਾਂਦਾ ਹੈ। ਜੇਕਰ ਦਾਅ ਲੱਗ ਜਾਵੇ ਤਾਂ ਵਿਧਾਨ ਨੂੰ ਐਸਾ ਸੋਧਾ ਲਾਇਆ ਜਾਂਦਾ ਹੈ ਕਿ ਵਿਰੋਧੀ ਖੰਘ ਹੀ ਨਾ ਸਕੇ ਅਤੇ ਜੇਕਰ ਵਿਰੋਧੀ ਨੂੰ ਮੌਕਾ ਮਿਲ ਜਾਵੇ ਤਾਂ ਫਿਰ ਉਹ ਕਮੇਟੀ ਭੰਗ ਕਰਾ ਕੇ ਰਿਸੀਵਰ ਬਿਠਾਉਣ ਵਿੱਚ ਕਸਰ ਨਹੀਂ ਛੱਡਦਾ। ਹੁਣ ਆਈਏ ਇਸ ਮਸਲੇ ਦੇ ਸੰਭਵ ਹੱਲ ਵੱਲ। ਕਿਸੇ ਚੀਜ਼ ਦਾ ਪੂਰਾ ਸੂਰਾ ਹੱਲ ਵਿਗਿਆਨਕ ਦਲੀਲ ਨਾਲ ਨਹੀਂ ਹੁੰਦਾ। ਹਾਂ, ਦਿੱਤੀਆਂ ਹਾਲਤਾਂ ਵਿੱਚ ਕੋਈ ਵੀ ਸੰਭਵ ਹੱਲ ਲੱਭਿਆ ਜਾ ਸਕਦਾ ਹੈ। ਸਾਡਾ ਸੁਝਾਅ ਹੈ ਕਿ ਗੁਰੂ ਘਰਾਂ ਨੂੰ ਧਾਰਮਿਕ ਸਥਾਨਾਂ ਦੇ ਰੂਪ ਵਿੱਚ ਬਕਾਇਦਾ ਮਾਨਤਾ ਦਿੱਤੀ ਜਾਵੇ। ਇਹਨਾਂ ਨੂੰ ਸਮਾਜਿਕ ਕਲੱਬ ਜਾਂ ਰਾਜਨੀਤਿਕ ਸਟੇਜ ਦਾ ਰੂਪ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਮਾਜਿਕ ਸਰਗਰਮੀਆਂ ਦੀ ਸਾਨੂੰ ਅਤੀ ਜ਼ਰੂਰਤ ਹੈ ਅਤੇ ਰਾਜਨੀਤਿਕ ਸਟੇਜ ਦੀ ਵੀ। ਇਸ ਲੋੜ ਦੀ ਬਕਾਇਦਾ ਪੂਰਤੀ ਕਰਨ ਬਾਰੇ ਸੋਚਿਆ ਜਾਵੇ। ਇਹਨਾਂ ਨੂੰ ਰਲਗੱਡ ਭਵਨ ਬਣਾ ਕੇ ਗੜਬੜ ਨਾ ਕੀਤੀ ਜਾਵੇ। ਸਿੱਖਾਂ ਦੀਆਂ ਸਭਾ ਸੁਸਾਇਟੀਆਂ ਨੂੰ ਐਸੇ ਭਵਨ ਉਸਾਰਨੇ ਚਾਹੀਦੇ ਹਨ ਜਿੱਥੇ ਸੱਭਿਆਚਾਰਕ ਅਤੇ ਰਾਜਨੀਤਿਕ ਸਰਗਰਮੀਆਂ ਲਈ ਸਹੂਲਤਾਂ ਮਿਲ ਸਕਣ। ਅਜਿਹੀਆਂ ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ ਜਿੱਥੇ ਲੀਡਰਸ਼ਿਪ ਅਤੇ ਪ੍ਰਸਿੱਧੀ ਪ੍ਰਾਪਤੀ ਦੇ ਮੌਕੇ ਮਿਲ ਸਕਣ ਅਤੇ ਜਦ ਆਪਾਂ ਬਦਲਵੇਂ ਪ੍ਰਬੰਧ ਕਰ ਦੇਵਾਂਗੇ ਤਾਂ ਫਿਰ ਉਹ ਸਾਰੇ ਲੋਕ ਜੋ ਗੁਰਦੁਆਰਿਆਂ ਵਿੱਚ ਦੰਗਲ ਰਚਾਉਂਦੇ ਹਨ ਉਹਨਾਂ ਲਈ ਠੀਕ ਅਖਾੜੇ ਮੁਹੱਈਆ ਹੋ ਸਕਣਗੇ ਅਤੇ ਸਾਨੂੰ ਗੁਰੂ ਘਰਾਂ ਵਿੱਚ ਗੁਰਬਾਣੀ ਦੀ ਮਿਠਾਸ ਹੋਰ ਵੱਧ ਮਹਿਸੂਸ ਹੋਵੇਗੀ। ਰਾਜਨੀਤਿਕ ਵਰਕਰਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਸਮਾਂ ਬਹੁਤ ਕੀਮਤੀ ਹੈ। ਉਹ ਇਸ ਨੂੰ ਆਪਣੇ ਖੇਤਰ ਵਿੱਚ ਖਰਚ ਕਰਨ, ਗੁਰੂ ਚਰਨਾਂ ਵਿੱਚੋਂ ਆਸ਼ੀਰਵਾਦ ਲੈਣ ਆਇਆ ਕਰਨ, ਗੁਰਬਾਣੀ ਤੋਂ ਸੇਧ ਲੈਣ ਆਇਆ ਕਰਨ, ਸੰਗਤਾਂ ਦੀ ਧੂੜ ਮੱਥੇ ਨੂੰ ਲਾਉਣ ਆਇਆ ਕਰਨ ਅਤੇ ਗੁਰੂ ਤੇ ਸੰਗਤਾਂ ਤੋਂ ਤਾਕਤ ਲੈ ਕੇ ਆਪਣੇ ਰਾਜਨੀਤਿਕ ਖੇਤਰ ਵਿੱਚ ਮਿਹਨਤ ਕਰਿਆ ਕਰਨ। ਅੱਜ ਕੌਮ ਨੂੰ ਉਹਨਾਂ ਦੀ ਬਹੁਤ ਲੋੜ ਹੈ ਅਤੇ ਕੌਮ ਉਹਨਾਂ ਦੀ ਪਿੱਠ ਵੀ ਪੂਰ ਰਹੀ ਹੈ, ਪਰ ਉਹ ਗੁਰੂ ਘਰਾਂ ਦੇ ਪ੍ਰਬੰਧ ਨੂੰ ਧਾਰਮਿਕ ਸੇਵਾਵਾਂ ਲਈ ਛੱਡ ਦੇਣ। ਹੋਰ ਸਮਾਜਿਕ ਆਗੂਆਂ ਅਤੇ ਅਮੀਰ ਸਿੱਖਾਂ ਨੂੰ ਵੀ ਪ੍ਰਬੰਧ ਸੰਭਾਲਣ ਲਈ ਉਤਸ਼ਾਹਿਤ ਕਰਨ ਅਤੇ ਸਿੱਖਾਂ ਦੇ ਹੋਰ ਵੀ ਸਮਾਜਿਕ ਅਦਾਰੇ ਸਥਾਪਿਤ ਕਰਕੇ ਉੱਥੇ ਆਪਣੀ ਯੋਗਤਾ ਅਤੇ ਮੁਹਾਰਤ ਦਾ ਪ੍ਰਦਰਸ਼ਨ ਕਰਨ। ਇਸ ਤਰ੍ਹਾਂ ਕਰਦਿਆਂ ਅਸੀਂ ਹੋਰ ਅੱਗੇ ਵਧਾਂਗੇ। ਇਹ ਪੁਸਤਕ ਤੁਸੀਂ ਘਰ ਬੈਠੇ ਐਮਾਜ਼ੋਨ ਤੋਂ ਮੰਗਵਾ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਹੇਠਾਂ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਧੰਨਵਾਦ।